ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦੀਖਾਨੇ ਵਿੱਚ ਕੈਦ ਕਰ ਲਿਆ ਅਤੇ ਇਸਲਾਮ ਕਬੂਲ ਕਰ ਲੈਣ ਵਾਸਤੇ ਕਿਹਾ, ਪਰ ਗੁਰੂ ਜੀ ਨਾ ਮੰਨੇ। ਉਸ ਤੋਂ ਬਾਅਦ ਫਿਰ ਕਾਜੀ ਮਲਾਨਿਆਂ ਨੇ ਇੱਕ ਥਾਂ ਮਿਲ ਕੇ ਸਲਾਹ ਕੀਤੀ ਕਿ ਗੁਰੂ ਜੀ ਕਈ ਦਿਨ ਦੇ ਭੁੱਖੇ ਨੇ, ਜੇਕਰ ਉਹਨਾਂ ਨੂੰ ਮੁਸਲਮਾਨ ਬਣਾਉਣਾ ਹੈ ਤਾਂ ਉਹਨਾਂ ਨੂੰ ਮੀਟ ਹਲਾਲ ਕਰਕੇ ਖਵਾਇਆ ਜਾਵੇ। ਹੁਣ ਸਾਰੇ ਚੱਲ ਕੇ ਬਾਦਸ਼ਾਹ ਨੂੰ ਸਮਝਾਵੋ ਕਿ ਉਹਨਾਂ ਨੂੰ ਆਪਣੇ ਮੁਸਲਮਾਨੀ ਤਰੀਕੇ ਨਾਲ ਬਣਿਆ ਭੋਜਨ ਛਕਾਵੋ। ਇਸ ਤਰ੍ਹਾਂ ਸਾਰੇ ਕਾਜੀ ਸਲਾਹ ਕਰਕੇ ਬਾਦਸ਼ਾਹ ਔਰੰਗਜ਼ੇਬ ਕੋਲ ਪਹੁੰਚ ਗਏ ਅਤੇ ਸਿਆਣਪ ਧਾਰ ਕੇ ਸਾਰੀ ਗੱਲ ਸਮਝਾਉਂਦੇ ਹੋਏ ਕਿਹਾ, ਹੇ ਬਾਦਸ਼ਾਹ ਜੀ, ਇੱਕ ਹੋਰ ਵਿਧੀ ਨਾਲ ਗੁਰੂ ਜੀ ਮੁਸਲਮਾਨ ਬਣਨਗੇ। ਉਹਨਾਂ ਨੇ ਬਹੁਤ ਦਿਨ ਬਿਨਾਂ ਖਾਣੇ ਤੋਂ ਬਤੀਤ ਕੀਤੇ ਹਨ, ਬਹੁਤ ਜ਼ਿਆਦਾ ਭੁੱਖੇ ਰਹਿ ਕੇ ਉਹਨਾਂ ਨੇ ਦੁੱਖ ਭੋਗਿਆ ਹੈ। ਆਪ ਹਲਾਲ ਕੀਤਾ ਮਾਸ ਮੰਗਾਵੋ, ਉਸ ਵਿੱਚ ਲੂਣ ਮਸਾਲੇ ਪਾ ਕੇ ਪਕਾਓ, ਮਾਸ ਤਿਆਰ ਕਰਕੇ ਦੇਗਜੇ ਵਿੱਚ ਪਾਵੋ ਅਤੇ ਉਹਨਾਂ ਪਾਸ ਲਿਜਾ ਕੇ ਉਹਨਾਂ ਨੂੰ ਖਵਾਓ। ਜਦੋਂ ਉਹ ਤੁਹਾਡਾ ਖਾਣਾ ਖਾ ਲੈਣਗੇ ਤਾਂ ਉਸ ਵੇਲੇ ਉਹ ਆਪ ਹੀ ਮੁਸਲਮਾਨ ਬਣ ਜਾਣਗੇ। ਇਸੇ ਤਰ੍ਹਾਂ ਤੁਹਾਡੇ 2-3 ਹਾਕਮ ਨਾਲ ਚੱਲ ਕੇ ਗੁਰੂ ਜੀ ਨੂੰ ਕਈ ਪ੍ਰਕਾਰ ਦੇ ਲਾਲਚ ਦੇਣਗੇ। ਇਸ ਤਰ੍ਹਾਂ ਦੀ ਸਲਾਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਨੇ ਮੁਲਾਣੇ ਦੀ ਗੱਲ ਮੰਨ ਲਈ ਅਤੇ ਮਹਾਪਾਪੀ ਮੁਲਾਣਾ ਬੁਰੇ ਰਾਹ ਉੱਤੇ ਚੱਲ ਪਿਆ। ਬੇਸਮਝ ਮੂਰਖ ਨੇ ਆਪਣੇ ਖਾਣ ਵਾਲਾ ਹਲਾਲ ਵਾਲਾ ਖਾਣਾ ਤਿਆਰ ਕਰਵਾਇਆ। ਉਸ ਨੇ 2 ਹਾਕਮ ਆਪਣੇ ਨਾਲ ਲਏ ਅਤੇ ਉਹ ਹੱਥਾਂ ਉੱਤੇ ਖਾਣਾ ਰੱਖ ਕੇ ਚੱਲ ਪਏ। ਉਹ ਕੈਦਖਾਨੇ ਵਿੱਚ ਚਲੇ ਗਏ ਜਿੱਥੇ ਗੁਰੂ ਜੀ ਬੈਠੇ ਸਨ। ਦੋਵੇਂ ਹਾਕਮਾਂ ਨੇ ਪਹਿਲਾਂ ਆਪਣੇ ਪੱਖ ਬਾਰੇ ਸਮਝਾਉਂਦੇ ਹੋਏ ਗੁਰੂ ਜੀ ਨੂੰ ਮਸ਼ਵਰੇ ਦਿੱਤੇ। ਤੁਸੀਂ ਐਨੇ ਦੁੱਖ ਕਿਉਂ ਸਹਾਰ ਰਹੇ ਹੋ? ਬਾਦਸ਼ਾਹ ਦਾ ਕਹਿਣਾ ਸਿਰ ਮੱਥੇ ਮੰਨ ਲਵੋ। ਤੁਹਾਨੂੰ ਉਹ ਪੀਰਾਂ ਦੇ ਪੀਰ ਬਣਾ ਰਹੇ ਹਨ। ਉਹ ਸੋਨੇ ਦੀਆਂ ਮੋਹਰਾਂ, ਹੀਰੇ, ਮੋਤੀ ਆਦਿ ਭੇਟ ਕਰਨਗੇ। ਫਿਰ ਸਭ ਸਲਾਮ ਕਰਕੇ ਆਪ ਜੀ ਦੀ ਆਗਿਆ ਮੰਨਣਗੇ। ਬਾਦਸ਼ਾਹ ਨੇ ਸਾਨੂੰ ਇਸ ਤਰ੍ਹਾਂ ਕਿਹਾ ਹੈ, ਜੇਕਰ ਤੁਸੀਂ ਨਿਕਾਹ ਕਰਾਉਣਾ ਚਾਹੁੰਦੇ ਹੋ ਤਾਂ ਮਨ ਭਾਉਂਦੀ ਬਾਦਸ਼ਾਹ ਦੀ ਪੁੱਤਰੀ ਲੈ ਲਵੋ। ਇਸ ਵੇਲੇ ਤੁਹਾਡੇ ਪਾਸ ਦੇਗਜੇ ਵਿੱਚ ਭੋਜਨ ਭੇਜਿਆ ਹੈ, ਮੁੱਖੋਂ ਕਲਮਾ ਪੜ੍ਹ ਕੇ ਛਕ ਲਓ, ਨਹੀਂ ਤਾਂ ਬਾਦਸ਼ਾਹ ਦਾ ਸੁਭਾਅ ਬਹੁਤ ਝਗੜਾਲੂ ਹੈ। ਉਹ ਜੋ ਚਾਹਣ ਉਸ ਨੂੰ ਕਰਕੇ ਹਟਦੇ ਹਨ, ਫਿਰ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਉਹਨਾਂ ਨੇ ਆਪਣੇ ਹੱਠ ਨੂੰ ਪੂਰਾ ਕਰਨ ਲਈ ਕਿੰਨਿਆਂ ਦੇ ਪ੍ਰਾਣ ਨਾਸ਼ ਕਰ ਦਿੱਤੇ ਹਨ। ਇਸ ਲਈ ਤੁਸੀਂ ਹੁਣ ਆਪਣੇ ਮਨ ਵਿੱਚ ਸਮਝ ਲਓ, ਫਿਰ ਕਦੇ ਕਿਸੇ ਨੇ ਕਿਸੇ ਥਾਂ ਤੁਹਾਡੀ ਸਹਾਇਤਾ ਨਹੀਂ ਕਰਨੀ। ਤੁਸੀਂ ਹੁਣ ਦੇਗਚਾ ਲਵੋ ਅਤੇ ਭੋਜਨ ਛਕੋ, ਫਿਰ ਕੈਦ 'ਚੋਂ ਰਿਹਾ ਹੋ ਕੇ ਅਨੇਕ ਪ੍ਰਕਾਰ ਦੇ ਸੁੱਖ ਪਾਵੋ। ਅਸੀਂ ਤੁਹਾਡੇ ਭਲੇ ਲਈ ਕਹਿੰਦੇ ਹਾਂ, ਸਾਡੀ ਗੱਲ ਮੰਨੋ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੇਸਮਝ ਹਾਕਮਾਂ ਦੇ ਇਸ ਤਰ੍ਹਾਂ ਦੇ ਬੋਲ ਸੁਣ ਕੇ ਦੇਗਜੀ ਦੀ ਤਰਫ ਆਪਣੇ ਨੇਤਰ ਕਰਕੇ ਫਰਮਾਇਆ, ਤੁਸੀਂ ਇਸ ਵਿੱਚ ਕੀ ਪਕਾਇਆ ਹੈ? ਇਸ ਦੇ ਛਕਣ ਨਾਲ ਕੀ ਸਿੱਧ ਹੋਵੇਗਾ? ਤੁਸੀਂ ਕੀ ਯਕੀਨ ਕਰਕੇ ਸਾਨੂੰ ਖਵਾਉਂਦੇ ਹੋ? ਇਸ ਤਰ੍ਹਾਂ ਤੁਹਾਡਾ ਕਿਹੜਾ ਕਾਰਜ ਰਾਸ ਹੋ ਜਾਏਗਾ? ਤੁਸੀਂ ਮਨ 'ਚੋਂ ਉਸ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ। ਆਪਣੇ ਸਰੀਰ ਦੇ ਰਾਹੀਂ ਮੰਦੇ ਕਾਰਜ ਕਰਦੇ ਹੋ। ਇਸ ਦੇਗਚੇ ਦਾ ਢੱਕਣ ਉਤਾਰ ਦਿਓ ਅਤੇ ਆਪਣੀ ਦਿਲੀ ਭਾਵਨਾ ਦਾ ਫਲ ਵੇਖ ਲਵੋ। ਜਿਹੜਾ ਤੁਰਕ ਉਸ ਭੋਜਨ ਦੇ ਨੇੜੇ ਖੜਾ ਸੀ, ਉਸਨੇ ਸੁਣਦਿਆਂ ਸਾਰ ਢੱਕਣ ਉਤਾਰ ਦਿੱਤਾ। ਜਿਉਂ ਹੀ ਤੁਰਕ ਨੇ ਦੇਗਚੇ ਨੂੰ ਨੰਗਾ ਕੀਤਾ ਤਾਂ ਉਸਨੇ ਉਸ ਦੇਗਚੇ ਵਿੱਚ ਅਚੰਭਾ ਹੋਇਆ ਵੇਖਿਆ। ਉਸ ਵਿੱਚੋਂ ਨਿੱਕੇ ਨਿੱਕੇ ਬਹੁਤ ਸੂਰ ਨਿਕਲੇ। ਉਹ ਘੁਰ-ਘੁਰ ਕਰਦੇ ਬਹੁਤ ਰੌਲਾ ਪਾਉਂਦੇ ਸਨ। ਕਈ ਡੱਡੂ ਦੇ ਸਮਾਨ ਬਾਹਰ ਨਿਕਲ ਰਹੇ ਸਨ। ਉਹ ਪ੍ਰਤੱਖ ਤੌਰ 'ਤੇ ਦੇਗਚੇ 'ਚੋਂ ਛਾਲਾਂ ਮਾਰਦੇ ਅਤੇ ਦੌੜਦੇ ਹੋਏ ਦਿਸ ਰਹੇ ਸਨ। ਉਹ ਆਪਣੀਆਂ ਛੋਟੀਆਂ-ਛੋਟੀਆਂ ਪੁੱਛਾਂ ਬਹੁਤ ਹਿਲਾਉਂਦੇ ਹੋਏ ਅਤੇ ਕੰਨਾਂ ਨੂੰ ਸੰਗੋੜਦੇ ਹੋਏ ਉਸੇ ਥਾਵੇਂ ਹੀ ਘੁੰਮਦੇ ਫਿਰਦੇ ਸਨ। ਫਿਰ ਉਹ ਸੂਰ ਬਹੁਤ ਭੈਭੀਤ ਹੋਏ ਉੱਥੋਂ ਭੱਜ ਪਏ ਅਤੇ ਨਿਕਲ ਕੇ ਦਰਵਾਜ਼ੇ ਵੱਲ ਚਲੇ ਗਏ। ਉਹ ਤੁਰਕਾਂ ਦੇ ਪੈਰਾਂ ਵਿੱਚ ਦੀ ਦੌੜਦੇ ਹੋਏ ਰਾਤ ਨੂੰ ਰਹਿਣ ਵਾਲੀਆਂ ਥਾਵਾਂ ਵਿੱਚ ਚਲੇ ਗਏ। ਜਿੱਥੇ ਉਹਨਾਂ ਤੁਰਕਾਂ ਦਾ ਖਾਣਾ ਬਣਦਾ ਸੀ, ਉਹ ਨੱਠ-ਨੱਠ ਕੇ ਉੱਥੇ ਗੇੜੇ ਕੱਢ ਰਹੇ ਸਨ। ਉਹਨਾਂ ਨੇ ਤੁਰਕਾਂ ਦੇ ਬਰਤਨਾਂ ਨੂੰ ਮੂੰਹ ਲਾਉਂਦਿਆਂ ਦੌੜ-ਦੌੜ ਕੇ ਕਈ ਬਰਤਨ ਰੋੜ ਦਿੱਤੇ। ਉਹ ਪਾਣੀ ਕੋਲ ਜਾ ਕੇ ਆਪਣੇ ਅੰਗ ਛੁਹਾਉਂਦੇ ਅਤੇ ਫਿਰ
ਉਹਨਾਂ ਦੇ ਵਸਤਰਾਂ ਨਾਲ ਲਾਉਂਦੇ। ਉਹ ਤੁਰਕਾਂ ਦੇ ਸ਼ਸਤਰਾਂ ਨਾਲ ਆਪਣੀ ਦੇਹ ਘੁਸਾਉਂਦੇ ਹੋਏ ਜਿੱਥੇ ਕਿੱਥੇ ਥਾਂ ਥਾਂ ਕੁਰ-ਕੁਰ ਕਰਦੇ ਫਿਰਦੇ ਸਨ। ਉਹ ਬਹੁਤ ਡਰੇ ਹੋਏ ਕੈਦਖਾਨੇ ਵਿੱਚ ਸਾਰੀਆਂ ਥਾਵਾਂ 'ਤੇ ਦੌੜਦੇ ਫਿਰਦੇ ਸਨ। ਉੱਥੇ ਜਿੰਨਾ ਕੱਚਾ ਪੱਕਾ ਅਨਾਜ ਪਿਆ ਸੀ ਉਸ ਨੂੰ ਉਹ ਸੂਰ ਮੂੰਹ ਲਾਉਂਦੇ। ਕਈ ਕੈਦਖਾਨੇ ਨੂੰ ਛੱਡ ਕੇ ਬਾਹਰ ਭੱਜ ਗਏ ਸਨ। ਉਹ ਬਾਜ਼ਾਰ ਵਿੱਚ ਤੇਜ਼ੀ ਨਾਲ ਭੱਜੇ ਫਿਰਦੇ ਸਨ। ਤੁਰਕ ਸੂਰਾਂ ਨੂੰ ਵੇਖ ਕੇ ਤੋਬਾ ਤੋਬਾ ਕਰ ਰਹੇ ਸਨ। ਇਹ ਕੀ ਹੋਇਆ ਹੈ, ਇਸ ਬਾਰੇ ਕੁਝ ਨਾ ਜਾਣਦੇ ਹੋਏ ਕਹਿ ਰਹੇ ਸਨ, ਅਸੀਂ ਸਾਰੀ ਹੀ ਰੀਤੀ ਨਾਲ ਆਪਵਿੱਤਰ ਹੋ ਗਏ ਹਾਂ। ਸਾਡਾ ਈਮਾਨ ਕਿੱਥੇ ਰਹਿ ਗਿਆ, ਸਭ ਨਾਸ਼ ਹੋ ਗਿਆ। ਸਾਡੇ ਭੋਜਨ, ਬਰਤਨ, ਵਸਤਰਾਂ ਨੂੰ ਇਹ ਭੈੜੇ ਸੂਰ ਸਾਰੇ ਪਾਸੇ ਭੱਜੇ ਫਿਰਦੇ ਛੂਹ ਗਏ ਹਨ। ਇਹਨਾਂ ਸੂਰਾਂ ਨੂੰ ਮਾਰ-ਮਾਰ ਕੇ ਬਾਹਰ ਕੱਢ ਦਿਓ। ਚਾਰੋਂ ਤਰਫ ਤੁਰਕਾਂ ਦਾ ਸ਼ੋਰ ਸ਼ਰਾਬਾ ਫੈਲ ਰਿਹਾ ਸੀ। ਉਹਨਾਂ ਸੂਰਾਂ ਦੇ ਨਾਲ ਦੌੜ-ਦੌੜ ਕੇ ਉਹ ਮਾਰ ਰਹੇ ਸਨ। ਉਹ ਕਿੰਨਿਆਂ ਨੂੰ ਮਾਰਦੇ, ਫਿਰ ਵੀ ਇੱਕ ਕੋਈ ਭੱਜ ਜਾਂਦਾ ਸੀ। ਕੈਦਖਾਨੇ ਵਿੱਚ ਸ਼ੋਰ ਮਚਿਆ ਹੋਇਆ ਸੀ। ਤੁਰਕਾਂ ਨੇ ਸੂਰਾਂ ਦੇ ਚੌਹੀ ਪਾਸੀ ਹੋ ਕੇ ਕਈ ਘੇਰ ਕੇ ਉਸੀ ਥਾਂ ਮਾਰ ਦਿੱਤੇ। ਕਈ ਦਿੱਲੀ ਸ਼ਹਿਰ ਵੱਲ ਦੌੜ ਕੇ ਨਿਕਲ ਗਏ, ਕਈ ਭੱਜ ਗਏ ਅਤੇ ਕਈ ਸ਼ਹਿਰ ਤੋਂ ਬਾਹਰ ਨਿਕਲ ਗਏ। ਉਹਨਾਂ ਨੂੰ ਵੇਖ-ਵੇਖ ਕੇ ਹਿੰਦੂ ਲੋਕ ਪ੍ਰਸੰਨ ਹੋਏ। ਕੈਦਖਾਨੇ ਦੇ ਜਿੰਨੇ ਸਿਪਾਹੀ ਸਨ ਉਹਨਾਂ ਨੇ ਉੱਥੇ ਹੀ ਸਰੀਰ ਦੇ ਵਸਤਰ ਉਤਾਰ ਦਿੱਤੇ। ਸਾਰਿਆਂ ਨੇ ਮਿਲ ਕੇ ਪਾਣੀ ਵਿੱਚ ਇਸ਼ਨਾਨ ਕੀਤਾ। ਉਹ ਬਹੁਤ ਦੁਖੀ ਹੋਏ ਸੋਚ ਰਹੇ ਸਨ ਕਿ ਸਾਡਾ ਤਾਂ ਈਮਾਨ ਨਸ਼ਟ ਹੋ ਗਿਆ। ਉਸ ਤੋਂ ਬਾਅਦ ਦਿੱਲੀ ਸ਼ਹਿਰ ਵਿੱਚ ਹਰ ਥਾਂ ਦਰ-ਦਰ 'ਤੇ ਲੋਕੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਹਿੰਦੂਆਂ ਦੇ ਗੁਰੂ ਜੀ ਨੂੰ ਫੜ ਲਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਕਰਾਮਾਤ ਸਹਿਤ ਪ੍ਰਗਟ ਕੀਤਾ ਹੈ। ਉਹਨਾਂ ਨੇ ਤਪੇ ਹੋਏ ਦੇਗਚੇ ਵਿੱਚ ਜੋ ਅੱਗ 'ਤੇ ਪਕਾਇਆ ਹੋਇਆ ਭੋਜਨ ਸੀ, ਉਸ ਵਿੱਚੋਂ ਬਹੁਤ ਸਾਰੇ ਸੂਰ ਕੱਢ ਦਿੱਤੇ। ਹਿੰਦੂਆਂ ਦੇ ਗੁਰੂ ਜੀ ਨੇ ਇਹ ਸਾਰੀ ਆਪਣੀ ਸ਼ਕਤੀ ਵਿਖਾਈ ਹੈ। ਹਿੰਦੂ ਲੋਕ ਔਰੰਗਜ਼ੇਬ ਤੋਂ ਡਰਦੇ ਹੋਏ ਆਪਸ ਵਿੱਚ ਛੁਪ-ਛੁਪ ਕੇ ਕਹਿੰਦੇ, ਖੋਟੀ ਮੱਤ ਵਾਲਾ ਗੁਰੂ ਜੀ ਦੀ ਮਹਿਮਾ ਨਹੀਂ ਜਾਣਦਾ, ਮਹਾਪਾਪੀ ਬਹੁਤ ਜ਼ੁਲਮ ਢਾਉਣ ਵਾਲਾ ਹੈ, ਇਸਨੇ ਨੇਕ ਲੋਕਾਂ ਨੂੰ ਬਹੁਤ ਦੁਖੀ ਕੀਤਾ। ਫਿਰ ਉਹਨਾਂ ਹਾਕਮਾਂ ਨੇ ਇਸ਼ਨਾਨ ਕੀਤਾ ਅਤੇ ਹੋਰ ਵਸਤਰ ਪਹਿਨ ਲਏ ਸਨ। ਉਹ ਹਿਰਦੇ ਵਿੱਚ ਬਹੁਤ ਹੀ ਪਛਤਾਉਂਦੇ ਅਤੇ ਹੈਰਾਨ ਹੁੰਦੇ ਹੋਏ ਉਸ ਵੇਲੇ ਬਾਦਸ਼ਾਹ ਕੋਲ ਚਲੇ ਗਏ। ਸਲਾਮ ਕਰਕੇ ਬਾਦਸ਼ਾਹ ਕੋਲ ਖੜ ਗਏ ਅਤੇ ਸਾਰਾ ਪ੍ਰਸੰਗ ਦੱਸਣ ਲੱਗੇ। ਹੇ ਬਾਦਸ਼ਾਹ ਜੀ, ਤੁਹਾਡੇ ਭੇਜੇ ਹੋਏ ਭੋਜਨ ਨੂੰ ਗੁਰੂ ਜੀ ਕੋਲ ਲੈ ਗਏ ਸੀ। ਆਪ ਜੀ ਦਾ ਹੁਕਮ ਵੀ ਦੱਸ ਦਿੱਤਾ, ਪਰ ਉਹਨਾਂ ਨੇ ਜਰਾ ਜਿੰਨਾ ਵੀ ਡਰ ਕਰਕੇ ਆਪ ਜੀ ਦੀ ਗੱਲ ਨਹੀਂ ਮੰਨੀ, ਸਗੋਂ ਮਨ ਵਿੱਚ ਜ਼ਿਆਦਾ ਨਿਡਰਤਾ ਧਾਰ ਲਈ। ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਦਾ ਧਰਮ ਛਡਾਵੋਗੇ ਤਾਂ ਇਸ ਦੇ ਫਲ ਵਜੋਂ ਬਹੁਤ ਦੁੱਖ ਪਾਓਗੇ। ਜਦੋਂ ਅਸੀਂ ਕੜਰੇ ਹੋ ਕੇ ਕਿਹਾ ਤਾਂ ਉਸ ਵੇਲੇ ਉਹਨਾਂ ਨੇ ਜੋ ਅਚੰਭਾ ਕੀਤਾ ਉਹ ਤੁਸੀਂ ਸੁਣੋ। ਜਦੋਂ ਅਸੀਂ ਖਾਣ ਲਈ ਉਹੀ ਭੋਜਨ ਦੇਣ ਲੱਗੇ ਅਤੇ ਉਸ ਬਰਤਨ ਦਾ ਢੱਕਣ ਲਾ ਕੇ ਨੰਗਾ ਕੀਤਾ, ਉਸ ਬਰਤਨ ਵਿੱਚੋਂ ਬਹੁਤ ਸੂਰ ਨਿਕਲੇ ਜੋ ਗਿਣੇ ਨਹੀਂ ਸੀ ਜਾਂਦੇ। ਉਹ ਕੈਦੀਆਂ ਵਿੱਚ ਇੱਧਰ-ਉੱਧਰ ਫਿਰਦੇ ਸਨ। ਸਾਰੇ ਮਕਾਨ ਵਿੱਚ ਜੋ ਬੈਠਣ ਲਈ ਥਾਵਾਂ ਸਨ, ਉਹਨਾਂ ਸੂਰਾਂ ਨੇ ਵਾਰ-ਵਾਰ ਫਿਰ ਕੇ ਆਪ ਪਵਿੱਤਰ ਕਰ ਦਿੱਤੀਆਂ। ਅਸੀਂ ਬਹੁਤ ਗਿਣਤੀ ਵਿੱਚ ਛੋਟੇ-ਛੋਟੇ ਸੂਰ ਨਿਕਲੇ ਵੇਖੇ। ਵੇਖ-ਵੇਖ ਕੇ ਅਸੀਂ ਬਹੁਤ ਹੈਰਾਨ ਹੋਏ। ਅਸੀਂ ਭੱਜ-ਭੱਜ ਕੇ ਇੱਕ ਦੂਜੇ ਨੂੰ ਕਹਿ-ਕਹਿ ਕੇ ਮਰਵਾਏ। ਕਈ ਸ਼ਹਿਰ ਤੋਂ ਬਾਹਰ ਭਜਾ ਦਿੱਤੇ। ਔਰੰਗਜ਼ੇਬ ਨੇ ਇਹ ਸੁਣ ਕੇ ਆਪਣੀਆਂ ਅੱਖਾਂ ਕ੍ਰੋਧ ਨਾਲ ਲਾਲ ਕਰ ਲਈਆਂ ਅਤੇ ਕਿਹਾ, ਅਸੀਂ ਗੁਰੂ ਜੀ ਨੂੰ ਪਹਿਲਾਂ ਕਿਹਾ ਸੀ ਕਿ ਜਿਵੇਂ ਤੁਹਾਡਾ ਮਨ ਚਾਹੇ ਕਰਾਮਾਤ ਕਰਕੇ ਵਿਖਾ ਦਿਓ। ਉਹਨਾਂ ਨੇ ਕੁਝ ਵੀ ਕਰਾਮਾਤ ਨਹੀਂ ਵਿਖਾਈ। ਇਹ ਕਹਿ ਕੇ ਟਲਦੇ ਰਹੇ ਕਿ ਸਾਡੇ ਵਿੱਚ ਕੋਈ ਕਰਾਮਾਤ ਨਹੀਂ ਹੈ। ਮੈਂ ਉਹਨਾਂ ਨੂੰ ਬਹੁਤ ਵਾਰ ਕਿਹਾ ਸੀ ਕਿ ਕਰਾਮਾਤ ਕਰਕੇ ਵਿਖਾ ਦਿਓ ਅਤੇ ਆਪਣੇ ਜੀਵਨ ਨੂੰ ਆਜ਼ਾਦ ਕਰ ਲਿਓ। ਹੁਣ ਜੇਕਰ ਉਹਨਾਂ ਨੂੰ ਭੋਜਨ ਖਵਾਉਣ ਲੱਗੇ ਸਾਂ ਤਾਂ ਇਹ ਕਰਾਮਾਤ ਕਿਉਂ ਕਰਕੇ ਵਿਖਾਈ? ਉਹ ਝੂਠ ਕਹਿੰਦੇ ਸਨ। ਉਹ ਕਰਾਮਾਤੀ ਸ਼ਕਤੀ ਰੱਖਣ ਵਾਲੇ ਹਨ। ਕਾਰਜ ਬਹੁਤ ਵਿਗਾੜ ਦਿੱਤਾ ਹੈ। ਹੁਣ ਕੀ ਵਿਚਾਰ ਕਰੀਏ? ਤਾਂ ਵੀ ਤੁਸੀਂ ਉਹਨਾਂ ਕੋਲ ਜਾ ਕੇ ਪੁੱਛੋ ਕਿ ਤੁਸੀਂ ਸੱਚੇ ਪੁਰਖ ਦਾ ਦਰਜਾ ਪਾਇਆ ਨਹੀਂ ਹੈ। ਤੁਸੀਂ ਸਾਡੇ ਕੋਲ ਕਥਨ ਕੀਤਾ ਸੀ ਕਿ ਮੈਂ ਕੋਈ ਕਰਾਮਾਤ ਕਰਕੇ ਨਹੀਂ ਵਿਖਾਵਾਂਗਾ। ਹੁਣ ਤੁਸੀਂ ਕਰਾਮਾਤ ਕਿਉਂ ਵਿਖਾਈ ਹੈ? ਤੁਸੀਂ ਝੂਠ ਬੋਲਿਆ, ਸੱਚ ਨਹੀਂ ਫਰਮਾਇਆ।
ਉਹਨਾਂ ਦੇ ਕੋਲ ਜਾਓ ਅਤੇ ਸਾਰੀ ਗੱਲ ਪੁੱਛੋ। ਸਾਡੀ ਤਰਫੋਂ ਉਹਨਾਂ ਨੂੰ ਬਹੁਤ ਡਰ ਦੇ ਕੇ ਕਹਿਣਾ ਕਿ ਤੁਸੀਂ ਕਹਿੰਦੇ ਸੀ ਕਿ ਸਾਡੇ ਵਿੱਚ ਕਰਾਮਾਤ ਨਹੀਂ ਹੈ। ਫਿਰ ਤੁਸੀਂ ਇਹ ਕੀ ਕੀਤਾ ਜਿਸ ਨੂੰ ਬਹੁਤ ਲੋਕਾਂ ਨੇ ਅੱਖੀਂ ਵੇਖਿਆ ਹੈ? ਫਿਰ ਵਾਪਸ ਮੁੜ ਕੇ ਇਸ ਗੱਲ ਦਾ ਜਵਾਬ ਮੇਰੇ ਕੋਲ ਲਿਆਓ ਕਿ ਉਹ ਕੀ ਕਹਿੰਦੇ ਹਨ, ਸਭ ਮੈਨੂੰ ਦੱਸੋ। ਇਸ ਤਰ੍ਹਾਂ ਫਰਮਾਨ ਸੁਣ ਕੇ ਦੋਵੇਂ ਵਜ਼ੀਰ ਫਿਰ ਕੈਦਖਾਨੇ ਵਾਲੀ ਥਾਂ 'ਤੇ ਚਲੇ ਗਏ। ਉਹਨਾਂ ਨੇ ਉੱਥੇ ਬਿਰਾਜਮਾਨ ਹੋਏ ਗੁਰੂ ਜੀ ਨੂੰ ਪੁੱਛਿਆ, ਹੇ ਗੁਰੂ ਜੀ, ਬਾਦਸ਼ਾਹ ਨੇ ਤੁਹਾਨੂੰ ਕਿਹਾ ਸੀ ਕਿ ਜਦੋਂ ਮੈਂ ਕਰਾਮਾਤ ਵੇਖਣ ਲਈ ਆਪਣੇ ਚਿੱਤ ਵਿੱਚ ਚਾਹਿਆ ਸੀ ਅਤੇ ਤੁਹਾਨੂੰ ਕਰਾਮਾਤ ਵਿਖਾਉਣ ਲਈ ਕਿਹਾ ਸੀ, ਤਦ ਉਸ ਵੇਲੇ ਮੇਰੇ ਸਾਹਮਣੇ ਮੁੱਕਰ ਗਏ ਸੀ ਕਿ ਮੇਰੇ ਵਿੱਚ ਕੋਈ ਕਰਾਮਾਤ ਨਹੀਂ ਹੈ। ਬਾਦਸ਼ਾਹ ਨੂੰ ਤੁਸੀਂ ਉਸ ਵੇਲੇ ਕਰਾਮਾਤ ਕਿਉਂ ਨਹੀਂ ਵਿਖਾਈ, ਜਿਸ ਨਾਲ ਆਪ ਬਹੁਤ ਵਡਿਆਈ ਪਾਉਂਦੇ? ਫਿਰ ਕੈਦਖਾਨੇ ਵਿੱਚ ਤੁਸੀਂ ਰੁਕ ਕੇ ਅਨੇਕ ਪ੍ਰਕਾਰ ਦੇ ਦੁੱਖ ਭੋਗੇ, ਹੁਣ ਸਾਨੂੰ ਕਰਾਮਾਤ ਕਰਕੇ ਵਿਖਾ ਦਿੱਤੀ ਹੈ। ਉਸ ਕਰਕੇ ਬਾਦਸ਼ਾਹ ਦੇ ਹਿਰਦੇ ਵਿੱਚ ਬਹੁਤ ਰੰਜਿਸ਼ ਭਰੀ ਹੈ। ਤੁਸੀਂ ਕਰਾਮਾਤ ਰੱਖਦੇ ਹੋ, ਫਿਰ ਵੀ ਮੁਖ ਤੋਂ ਝੂਠ ਕਹਿੰਦੇ ਹੋ। ਤੁਹਾਡੇ ਦੁਆਰਾ ਹੋਏ ਵੱਡੇ ਵਿਗਾੜ ਨੂੰ ਵੇਖ ਕੇ ਸਮਝਦਾਰ ਬਾਦਸ਼ਾਹ ਨੇ ਇਸ ਦਾ ਆਪ ਕੋਲੋਂ ਜਵਾਬ ਪੁੱਛਿਆ ਹੈ। ਆਪ ਜੀ ਹੁਣ ਜਿਸ ਤਰ੍ਹਾਂ ਦਾ ਜਵਾਬ ਦੇਵੋਗੇ, ਅਸੀਂ ਜਾ ਕੇ ਉਹਨਾਂ ਨੂੰ ਉਸੇ ਤਰ੍ਹਾਂ ਸੁਣਾ ਦੇਵਾਂਗੇ। ਬਾਦਸ਼ਾਹ ਮਨ ਵਿੱਚ ਬਹੁਤ ਕ੍ਰੋਧ ਕਰ ਰਿਹਾ ਹੈ। ਉਹਨਾਂ ਨੇ ਹੀ ਸਾਨੂੰ ਤੁਹਾਡੇ ਕੋਲ ਭੇਜਿਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣ ਕੇ ਵਜ਼ੀਰਾਂ ਨੂੰ ਸਮਝਾ ਕੇ ਫਰਮਾਇਆ, ਇਸ ਨੂੰ ਤੁਸੀਂ ਕਰਾਮਾਤ ਨਾ ਜਾਣੋ, ਆਪਣੇ ਮਨ ਦੇ ਖੋਟੇ ਵਿਚਾਰਾਂ ਨੂੰ ਪਛਾਣੋ। ਜਿਸ ਤਰ੍ਹਾਂ ਦੀ ਕੋਈ ਮਨ ਵਿੱਚ ਭਾਵਨਾ ਕਰਦਾ ਹੈ, ਉਸ ਨੂੰ ਉਸੇ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦੀ ਦਰਗਾਹ ਵਿੱਚ ਹਮੇਸ਼ਾ ਇਸੇ ਤਰ੍ਹਾਂ ਹੀ ਉੱਤਮ ਇਨਸਾਫ ਹੁੰਦਾ ਹੈ।